स्वागत मैं हरजिंदर सिंह रंधावा तुसीं देख रहे हो पंजाब टैलीविजन और मेरे नाल ने सरदार नरेंद्रपाल सिंह। सरदार साहब काल चा सरकार अमित शाह ਦੇ ਸੱਦੇ ਦੀ ਗੱਲ ਕਰ ਰਹੇ ਹੋ। मुहूर्त ਤੇ ਕੱਲ ਦਾ ਸੀ ਕੋਈ ਗ੍ਰਹਿ ਚਾਲ ਬਦਲ ਗਈ ਲੱਗਦੀ ਤੇ ਗ੍ਰਹਿ ਚਾਲ ਤੇ 2-3 ਮਹੀਨੇ ਦੀ ਬਦਲਦੀ ਪਈ ਆ। ਲੇਕਿਨ ਅੱਜ ਭਾਰਤ ਬੰਦ ਵੀ ਸੀ ਨਾ। ਚਲੋ ਬੰਦ ਵੀ ਬੀਤੇ ਨੂੰ 2 ਘੰਟੇ ਹੋ ਗਏ ਨੇ ਤੇ ਅਗਲਿਆਂ ਨੇ ਵੀ ਸ਼ਾਮ ਹੀ ਰੱਖੀ ਆ ਤੇ ਚਲੋ ਸ਼ਾਮ 'ਚ ਕਿਹੜਾ ਗੋਡੇ ਰਹਿ ਗਏ ਫਿਰ ਦੇਖ ਲਓ। ਨੀਅਤ ਵੇਖਣੀ ਪਊ। ਹੋਣਾ ਤੇ ਚਾਹੀਦਾ ਕੁਛ ਨਾ ਕੁਛ। ਦੇਸ਼ ਦੇ ਗ੍ਰਹਿ ਮੰਤਰੀ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੂੰ ਬੁਲਾਉਂਦੇ ਆ ਔਰ ਕਿਸਾਨ ਜਥੇਬੰਦੀਆਂ ਸੱਦੇ ਨੂੰ ਸਹਿਮਤੀ ਦੇ ਚੁੱਕੀਆਂ ਨੇ। ਕੋਈ 13 ਮੈਂਬਰ ਗ੍ਰਹਿ ਮੰਤਰੀ ਨੂੰ ਸ਼ਾਮ ਨੂੰ ਮਿਲਣਗੇ। ਸਵਾਲ ਇਹ ਆ ਕਿ ਜਦੋਂ ਪੂਰਵ ਨਿਰਧਾਰਤ ਮੀਟਿੰਗ 9 ਤਰੀਕ ਦੀ ਸੀ, ਆਖਰ ਕਾਲ ਦੇ ਵਿੱਚ ਗਵਰਨਮੈਂਟ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਸੱਦਣ ਲਈ ਕਿਉਂ ਮਜਬੂਰ ਹੋਈ? ਗਵਰਨਮੈਂਟ ਦੀ ਪਲੈਨਿੰਗ ਕੀ? ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਹਰਿਆਣੇ ਦੇ ਮੁੱਖ ਮੰਤਰੀ ਵੀ ਮਿਲਦੇ ਆ ਜਾ ਕੇ। ਮੈਨੂੰ ਲੱਗਦਾ ਕਿ ਸਿਆਸੀ ਜਮ੍ਹਾਂ ਘਟਾਓ ਬਹੁਤ ਤੇਜ਼ੀ ਨਾਲ ਵਾਪਰ ਰਿਹਾ। ਸਰਕਾਰਾਂ ਦੇ ਤਬਦੀਲੀਆਂ ਦੇ ਅਸ਼ੰਕੇ ਨੇ। ਇੰਜ ਲੱਗਦਾ ਹੈ ਕਿ ਸਰਕਾਰ ਇੱਕ ਪਹਿਲੂ ਇਹ ਵੀ ਵਿਚਾਰ ਰਹੀ ਹੋ ਸਕਦੀ ਹੈ ਕਿ ਵੱਡੇ ਨੁਕਸਾਨ ਤੋਂ ਪਹਿਲਾਂ ਕੋਈ ਔੜ-ਪੌੜ ਕਰ ਲਏ ਜਾਣ। ਲੇਕਿਨ ਦੂਜਾ ਪਹਿਲੂ ਇਹ ਵੀ ਆ ਕਿ ਸਰਕਾਰਾਂ ਦੇ ਸਰੋਤ ਬੜੇ ਹੁੰਦੇ ਆ। ਬਿਲਕੁਲ ਕੁਝ ਹੋਰ ਵੀ ਸੋਚਿਆ ਜਾ ਸਕਦਾ। ਸਹੀ ਗੱਲ ਕਿ ਕੱਲ ਦੀ ਕਾਤੋਂ ਵੇਟ ਕਰਨੀ ਹੈ, ਪੁੱਛ ਕੇ ਦੇਖ ਲਈਏ ਜੇ ਮੰਨਦੇ ਕਿਸੇ ਗੱਲ ਤੇ, ਨਹੀਂ ਤੇ ਕੋਈ ਬਦਲਵੇਂ ਪ੍ਰਬੰਧ ਹੋ ਜਾਣ। ਦੇਖੋ ਸਵਾਲ ਇਹ ਹੈ ਕਿ ਜੋ ਕੁਝ ਸੁਨੇਹਾ ਕਿਸਾਨ ਜਥੇਬੰਦੀਆਂ ਨੇ ਆਖਰੀ ਮੀਟਿੰਗ 'ਚ ਦਿੱਤਾ ਸੀ ਉਹ ਇਹੋ ਹੀ ਸੀ ਕਿ ਅਸੀਂ ਨਹੀਂ ਜੇ ਬੋਲਣਾ, ਹੁਣ ਤੁਸੀਂ ਬੋਲੋ। ਇਹ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਲੀਡਰ ਫਿਰ ਕਲੀਅਰ ਕਰ ਇਹ ਤੋਂ ਰਾਤ ਕਿ ਅਸੀਂ ਉੱਥੇ ਵੀ ਨਹੀਂ ਬੋਲਣਾ ਨਾ, ਗੱਲ ਹਾਂ ਜਾਂ ਨਾ ਤੇ ਹੈ। ਹਾਂ ਕਿ ਸੱਦਾ ਤੁਸੀਂ ਦਿੱਤਾ, ਦੱਸੋ ਕੀ ਚਾਹੁੰਦੇ ਹੋ। ਪਰ ਸਰਦਾਰ ਸਾਹਿਬ ਇਤਿਹਾਸਕ ਹਵਾਲਿਆਂ ਨਾਲ ਜੇ ਦੇਖੀਏ ਤੇ ਜਦੋਂ ਗੱਲਬਾਤ ਦੀ ਟੇਬਲ ਤੇ ਹੋਈਏ ਜੀ, ਨੈਗੋਸੀਏਸ਼ਨਸ ਤਾਂ ਹੁੰਦੀਆਂ ਨੇ। ਬਿਲਕੁਲ 100% ਕਦੇ ਕਿਸੇ ਨੂੰ ਮਿਲਿਆ ਨਹੀਂ ਜੀ ਤੇ ਕਿਸੇ ਧਿਰ ਨੂੰ ਹਰਾ ਕੇ ਆਪਣੀ ਜਿੱਤ। ਮੈਨੂੰ ਲੱਗਦਾ ਹੈ ਕਿ ਕਿਸੇ ਜਗ੍ਹਾ ਤੇ ਅਸੀਂ ਟਰੈਕ ਤੋਂ ਉਤਰ ਰਹੇ ਤਾਂ ਨਹੀਂ ਹੋਵਾਂਗੇ। ਨਹੀਂ ਦੇਖੋ ਬੜਾ ਸਾਫ਼ ਸੰਕੇਤ ਸੀ। ਤੁਸੀਂ ਪਰਸੋਂ ਦੀ ਮੀਟਿੰਗ ਦੀ ਗੱਲ ਕਰਦੇ ਹੋ, ਜਦੋਂ ਜਿਹੜੇ ਸਾਡੇ ਮੰਤਰੀ ਸੀ, ਕੇਂਦਰੀ ਮੰਤਰੀ ਜਦੋਂ ਲਾਜਵਾਬ ਹੋ ਗਏ ਤੇ ਫਿਰ ਉਸ ਮੀਟਿੰਗ ਰੂਮ 'ਚੋਂ ਉੱਠ ਕੇ ਬਾਹਰ ਜਾਂਦੇ ਨੇ, ਆਪਣੇ ਸਿਆਸੀ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ, ਉਹਦੇ ਤੋਂ ਬਾਅਦ ਆ ਕੇ ਸਮਾਂ ਦਿੰਦੇ ਨੇ। ਇਹਦਾ ਮਤਲਬ ਕਿ ਉਹਨਾਂ ਕੇਂਦਰੀ ਮੰਤਰੀਆਂ ਨੂੰ ਚਲਾਉਣ ਵਾਲੀ ਤਾਕਤ ਕੋਈ ਪਿੱਛੇ ਬੈਠੀ ਸੀ। ਉਹ ਤਾਂ ਦੁਨੀਆ ਜਾਣਦੀ ਹੈ ਕਿ 2 ਵਿਅਕਤੀਆਂ ਤੇ ਆਧਾਰਿਤ ਸਾਰਾ ਤਾਮਝਾਮ। ਦੋਸਤੋ ਬੜਾ ਵੱਡਾ ਸਵਾਲ ਆ, ਅਸੀਂ ਬੜੇ ਛੋਟੇ ਆ ਇਹਨਾਂ ਨਜ਼ਰੀਏ ਤੋਂ, ਤੁਸੀਂ ਜ਼ਿਆਦਾ ਸਿਆਣੇ ਹੋ। ਇੱਕ ਗੱਲ ਹਮੇਸ਼ਾ ਕਹੀ ਗਈ ਹੈ ਕਿ ਜਦੋਂ ਕਿਸੇ ਵੀ ਚੀਜ਼ ਦਾ ਪੀਕ ਹੋਵੇ, ਸਿਖਰ ਹੋਵੇ ਤੇ ਉਸ ਸਿਖਰ ਦੇ ਬੀਤ ਜਾਣ ਤੋਂ ਪਹਿਲਾਂ ਜੀ ਤੁਹਾਨੂੰ ਉਹ ਫਸਲ ਵੱਢ ਲੈਣੀ ਚਾਹੀਦੀ ਹੈ। ਸਹੀ ਗੱਲ। ਇੱਕ ਬਹੁਤ ਵੱਡਾ ਪਹਿਲੂ ਇਹ ਵੀ ਹੈ ਕਿ ਸੈਚੂਰੇਸ਼ਨ ਜਦੋਂ ਆਉਂਦਾ ਹੈ ਕਿ ਤੁਸੀਂ ਇੱਕ ਵੱਡੀ ਭੀੜ ਇਕੱਠੀ ਕਰ ਲਈ, ਇਸ ਤੋਂ ਪਹਿਲਾਂ ਕਿ ਭੀੜ ਘਟ ਜਾਏ, ਇਸ ਤੋਂ ਪਹਿਲਾਂ ਕਿ ਮੋਰਚੇ ਦੀ ਆਭਾ ਖੰਡਿਤ ਹੋ ਜੇ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜੇ, ਸਾਨੂੰ ਜੈਨੂਅਨ ਜਗ੍ਹਾ ਤੇ ਆਪਣੇ ਆਪ ਨੂੰ ਠੀਕ ਤਰ੍ਹਾਂ ਪ੍ਰਸਤੁਤ ਪੇਸ਼ ਕਰਨਾ ਚਾਹੀਦਾ ਹੈ। ਔਰ ਜੋ ਸਾਡੀਆਂ ਅਸਲ ਮੰਗਾਂ ਨੇ, ਜਿਹਦੇ ਨਾਲ ਸਾਡਾ ਮਕਸਦ ਪੂਰਾ ਹੁੰਦਾ ਹੈ, ਸਾਨੂੰ ਉਹ ਮਨਾ ਲੈਣੀਆਂ ਚਾਹੀਦੀਆਂ। ਹਠੀ ਰਵਈਏ ਦੇਖੋ ਬਹੁਤ ਆਲੋਚਨਾ ਹੋ ਸਕਦੀ ਇਸ ਮਾਮਲੇ ਤੇ। ਤੁਸੀਂ ਹੋ ਸਕਦਾ ਬਹੁਤ ਗਰਮ ਹੋ ਜਾਓ ਕਿਉਂਕਿ ਤੁਸੀਂ ਜਜ਼ਬਾਤੀ ਹੋ ਮੇਰੇ ਵਾਂਗ, ਤੁਹਾਡੇ ਅਥਰੂ ਵੀ ਛੇਤੀ ਆਉਂਦੇ ਆ, ਤੁਸੀਂ ਨਾਰਾ ਵੀ ਜਲਦੀ ਮਾਰਦੇ ਹੋ ਕਿਉਂਕਿ ਰੂਹਾਂ ਦੇ ਸਾਫ਼ ਹੋ, ਦਿਲ ਦੇ ਬੜੇ ਵੱਡੇ ਹੋ। ਤੁਸੀਂ ਸਦਾ ਦਿੱਤਾ ਹੀ ਦਿੱਤਾ, ਪੰਜਾਬੀਆਂ ਨੇ ਕਿਸੇ ਅੱਗੇ ਹੱਥ ਕਦੇ ਨਹੀਂ ਅੱਡਿਆ। ਇਸ ਕਰਕੇ ਤੁਹਾਨੂੰ ਲੱਗਦਾ ਸਾਡਾ ਰਾਈਟ ਆ, ਅਸੀਂ ਲੜ ਕੇ ਲੈ ਲਾਂਗੇ, ਸਾਡੇ ਪੁਰਖ ਇੰਜ ਕਰਦੇ ਰਹੇ ਆ। ਲੇਕਿਨ ਸਾਡੇ ਨੁਕਸਾਨ ਵੀ ਬੜੇ ਹੋਏ ਆ, ਅਸੀਂ ਪੀੜ੍ਹੀਆਂ ਗਵਾਈਆਂ ਨੇ। ਅਸੀਂ ਆਪਣੇ ਇਸ ਘੁੱਗ ਵਸਦੇ ਖਿੱਤੇ 'ਚ ਬੜੀ ਵਾਰੀ ਹੱਥ ਅੱਡਣ ਲਈ ਵੀ ਮਜਬੂਰ ਹੋਏ ਆ ਕਿ ਸਰਕਾਰਾਂ ਸਾਨੂੰ ਆਰਥਿਕ ਮਦਦ ਨਹੀਂ ਦਿੰਦੀਆਂ, ਸਾਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਰੋਸਿਆਂ ਗਿਲਿਆਂ ਸ਼ਿਕਵਿਆਂ 'ਚ ਅਸੀਂ ਅਕਸਰ ਤੁਰਦੇ ਹਾਂ। ਲੇਕਿਨ ਕਿਤੇ ਅਤੀਤ ਵੱਲ ਦੇਖਦੇ ਹਾਂ, ਪਿਛਾਂਹ ਝਾਤੀ ਮਾਰਦੇ ਹਾਂ, ਇੰਜ ਲੱਗਦਾ ਕਿ ਮੈਦਾਨ ਜਿੱਤ ਕੇ ਅਸੀਂ ਆ ਕੇ ਕੋਈ ਗਲਤੀ ਕਰ ਗਏ ਜਿਹਦੇ ਨਾਲ ਖਮਿਆਜ਼ੇ ਭੁਗਤਣੇ ਪਏ। ਸਾਡੀਆਂ ਪੀੜ੍ਹੀਆਂ ਪ੍ਰਭਾਵਿਤ ਹੋਈਆਂ, ਅੱਜ ਕਈ ਤਰ੍ਹਾਂ ਦੀਆਂ ਅਲਾਮਤਾਂ ਦਾ ਸ਼ਿਕਾਰ ਹੈ। ਜੇਕਰ ਇਸ ਜੰਗ ਦੇ ਵਿੱਚ, ਜਿਹੜੀ ਜੰਗ ਨੂੰ ਤੁਸੀਂ ਸਿਖਰ ਤੇ ਲੈ ਆਏ ਹੋ, ਤੁਸੀਂ ਵਧਾਈ ਦੇ ਹੱਕਦਾਰ ਹੋ, ਤੁਸੀਂ ਬਹੁਤ ਵੱਡੇ ਮਰਜੀਵੜੇ ਹੋ ਜਿਨ੍ਹਾਂ ਨੂੰ ਇਤਿਹਾਸ ਯਾਦ ਰੱਖੂਗਾ। ਲੇਕਿਨ ਇਤਿਹਾਸ ਦੇ ਵਿੱਚ ਬਹੁਤ ਵਾਰੀ ਐਸੇ ਜ਼ਿਕਰ ਆਉਂਦੇ ਆ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀ। ਲੇਕਿਨ ਸਵਾਲ ਇਹ ਵੀ ਹੈ ਕਿ ਇਸ ਮੁਹਿੰਮ ਨੂੰ ਸਿਖਰ ਤੱਕ ਲਿਜਾਣ ਦਾ ਸਿਹਰਾ
ਤੁਹਾਡੇ ਸਿਰ ਹੈ, ਕਿਸੇ ਹੋਰ ਦੇ ਨੇ ਜੀ, ਲੋਕਾਂ ਸਿਰ, ਲੋਕਾਂ ਦੇ। ਸਰਕਾਰਾਂ ਨੇ ਤੇ ਪਹਿਲੇ ਹੀ ਨੁਕਤੇ ਦੇ ਉੱਤੇ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਕਿ ਪਿਛਾਂਹ ਡਿੱਗ ਪਓ ਜੀ। ਉਸ ਤੋਂ ਬਾਅਦ ਹਰ ਪੜਾਅ ਇਹੋ ਹੀ ਆਇਆ ਕਿ ਕਿਸੇ ਤਰੀਕੇ ਨਾਲ ਤੁਸੀਂ ਜੋ ਉਹ ਕਹਿੰਦੇ ਨੇ ਉਹ ਪ੍ਰਵਾਨ ਕਰ ਲਓ। ਲੇਕਿਨ ਕਰਦਿਆਂ ਕਰਦਿਆਂ ਤੁਹਾਡਾ ਸਿਰੜ, ਤੁਹਾਡਾ ਸਿਦਕ, ਤੁਹਾਡਾ ਸਬਰ ਇਸ ਮੁਕਾਮ ਤੱਕ ਆ ਗਿਆ ਕਿ ਜਿਹੜੇ ਲੋਕ ਤੁਹਾਡੇ ਨਾਲ ਪਰਦੇ ਦੇ ਪਿੱਛੇ ਗੱਲ ਕਰਨ ਲਈ ਤਿਆਰ ਨਹੀਂ ਸਨ, ਜਿਹੜੇ ਲੋਕ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਤੁਸੀਂ ਕੁਛ ਨਹੀਂ ਹੋ, ਜਾਓ, ਖਤਮ, ਤੁਹਾਨੂੰ ਤੇ ਦਿੱਲੀ 'ਚ ਨਹੀਂ ਵੜਨ ਦੇਣਾ, ਤੁਹਾਨੂੰ ਹਰਿਆਣਾ ਨਹੀਂ ਕ੍ਰੋਸ ਕਰਨ ਦੇਣਾ, ਅੱਜ ਅਗਰ ਉਹ ਤਾਕਤ ਤੁਹਾਨੂੰ ਗੱਲਬਾਤ ਲਈ ਬੁਲਾ ਰਹੀ ਹੈ ਤੇ ਫਿਰ ਜਦੋਂ ਕਹਿੰਦੇ ਨੇ ਕਿ ਕੋਈ ਚੀਜ਼ ਅੜ ਜਾਵੇ ਫਿਰ ਸਮਝੌਤਾ ਜਿਹੜਾ ਆ ਕਿਸੇ ਨੁਕਤੇ ਤੇ ਆ ਕੇ ਤੇ ਹੋ ਜਾਂਦਾ। ਸਰਦਾਰ ਸਾਹਿਬ, ਖਿਡਾਰੀ ਔਰ ਲੜਾਕੂ 'ਚ ਫਰਕ ਹੁੰਦਾ ਹੈ। ਫਰਕ ਹੈ। ਸਰਤਾਜ ਦਾ ਉਹ ਗੀਤ ਬੜਾ ਪਿਆਰਾ ਹੈ ਜਿਹਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਜਿਹੜਾ ਖੇਡ ਕੇ ਹਾਰ ਨਾ ਮੰਨੇ, ਬਿਲਕੁਲ, ਉਹ ਖਿਡਾਰੀ ਨਹੀਂ ਹੁੰਦਾ। ਸਹੀ ਇਹੀ ਕੇਂਦਰ ਕਰਦਾ ਆ ਰਿਹਾ ਸੀ ਜੀ, ਇਹ ਕੇਂਦਰ ਕਰਦਾ ਆ ਰਿਹਾ ਸੀ। ਦੇਖੋ ਇਹ ਚੰਗਾ ਹੋਊਗਾ ਜੇ ਅੱਜ ਉਹ ਮੰਨ ਲੈਂਦੇ ਆ ਕਿ ਸਟਰਗਲ ਠੀਕ ਆ, ਜਾਇਜ਼ ਆ। ਹਾਲਾਂਕਿ ਤੋਮਰ ਦਾ ਉਹ ਬਿਆਨ ਅੱਜ ਵੀ ਮੈਨੂੰ ਅਖੜਦਾ ਪਿਆ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਸਾਨੂੰ ਨਿਪਟਣੇ ਆਉਂਦੇ ਆ ਅੰਦੋਲਨ, ਲੇਕਿਨ ਇਹ ਗੱਲ ਪੱਕੀ ਆ ਕਿ ਜਦੋਂ ਇਸ ਮੂਵਮੈਂਟ ਨੇ ਆਪਣੇ ਤੇਵਰ ਵਿਖਾਏ ਆ, ਜਦੋਂ ਲੋਕਾਂ ਨੇ ਆਪਣੀ ਸ਼ਕਤੀ ਦਿਖਾਈ ਆ, ਜਦੋਂ ਪੰਜਾਬ ਜਿੰਦਾ ਹੋ ਗਿਆ, ਇਹ ਦੋਹਰੇ ਤੇਰੇ ਫਾਇਦੇ ਹੋਇਆ। ਪੰਜਾਬ ਨੂੰ ਆਪਣੇ ਆਪ ਨੂੰ ਸਮਝਣ ਦੀ ਸਮਝ ਆਈ ਆ। ਸਹੀ ਗੱਲ। ਸਾਡੇ ਵਰਗੇ ਲੋਕਾਂ ਨੂੰ ਜਿਨ੍ਹਾਂ ਦੇ ਭਾਰੇ ਭਾਰੇ ਸ਼ਬਦਾਂ ਥੱਲੇ ਬੜਾ ਕੁਝ ਦੱਬ ਜਾਂਦਾ ਸੀ, ਸਾਨੂੰ ਵੀ ਪਤਾ ਲੱਗਿਆ ਕਿ ਜਜ਼ਬਾਤ ਦੇ ਕੀ ਅਰਥ ਹੁੰਦੇ ਆ, ਅਥਰੂਆਂ ਦੇ ਕੀ ਅਰਥ ਹੁੰਦੇ ਆ, ਗਲੇ 'ਚ ਕਦੋਂ ਹੌਕਾ ਅਟਕਦਾ ਹੈ, ਕਦੋਂ ਆ ਕੇ ਜਜ਼ਬਾਤੀ ਹੋਈਦਾ ਹੈ। ਇਹ ਲੋਕਾਂ ਨੇ ਜਿਹੜੇ ਬਹੁਤ ਪੜ੍ਹੇ ਨਹੀਂ ਸੀ, ਜਿਹੜੇ ਇਤਿਹਾਸਕ ਸਮਝਾਂ ਵਾਲੇ ਸੀ, ਸਾਡੇ ਬਾਬੇ ਜਦੋਂ ਉੱਥੇ ਹਿੰਦੀ ਦੇ ਚੈਨਲਾਂ ਨਾਲ ਗੱਲ ਕਰਦੇ ਔਰ ਗੱਲ ਏਡੀ ਤਗੜੀ ਕਰਦੇ ਇਤਿਹਾਸ ਚੋਂ, ਤੇ ਮੇਰੇ ਵਰਗਾ ਤਾਂ ਐਵੇਂ ਹੀ ਅੱਖਾਂ ਭਰ ਲੈਂਦਾ। ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਬੜੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਵੱਡੇ ਨੁਕਸਾਨ ਕਰਾ ਕੇ ਹਾਸਲ ਘੱਟ ਹੁੰਦਾ ਹੈ, ਲੇਕਿਨ ਜਿਸ ਤਰੀਕੇ ਨਾਲ ਇਸ ਵਾਰੀ ਡਿਸਪਲਿਨ ਰੱਖਿਆ ਗਿਆ, ਆਪਣੀ ਇਤਿਹਾਸਕਤਾ ਦਿਖਾਤੀ ਗਈ ਹੈ, ਆਪਣੇ ਪੁਰਖਿਆਂ ਦਾ ਜੋ ਅਸੀਂ ਲਿਆ ਸੀ ਉਹ ਅਸੀਂ ਲੋਕਾਂ ਸਾਹਮਣੇ ਰੱਖਤਾ ਹੈ। ਜਿਹੜਾ ਇੱਕ ਭਰਮ ਸੀ, ਜਿਹੜਾ ਇੱਕ ਭਰਮ ਸਾਡੇ ਬਾਰੇ ਪਾਲਿਆ ਸੀਗਾ ਲੋਕਾਂ ਨੇ, ਇਤਿਹਾਸਕਾਰਾਂ ਨੇ ਵੀ ਲਿਖਿਆ ਕਿ ਇਹ ਲੋਕ ਇਤਿਹਾਸ ਸਿਰ ਸਕਦੇ ਨੇ, ਸੰਭਾਲ ਨਹੀਂ ਸਕਦੇ, ਜੰਗਾਂ ਲੜ ਲੈਂਦੇ ਨੇ, ਟੇਬਲ ਤੇ ਬੈਠ ਕੇ ਗੱਲ ਨਹੀਂ ਕਰ ਸਕਦੇ। ਅਸੀਂ ਉਹ ਸਾਰੇ ਦੇ ਉੱਤੇ ਇੱਕ ਪੋਚਾ ਫੇਰਿਆ, ਅੱਜ ਇਹ ਦੱਸਿਆ ਕਿ ਹਾਂ ਅਸੀਂ ਗੱਲ ਕਰ ਸਕਦੇ ਹਾਂ। ਔਰ ਦੂਸਰੀ ਗੱਲ, ਜਦੋਂ ਤੁਹਾਡੀ ਯੁੱਧ ਨੀਤੀ ਜਿਹੜੀ ਆ ਉਹ ਹੀ ਬਦਲ ਚੁੱਕੀ ਆ। ਤੁਸੀਂ 18ਵੀਂ ਸਦੀ ਦੀ ਗੱਲ ਕਰਦੇ ਹੋ, ਉਦੋਂ ਕਿੱਥੇ ਇੰਨਾ ਕੁਝ ਹੁੰਦਾ ਸੀ। ਇੱਕ ਰੁੱਕਾ ਜਾਂਦਾ ਸੀ, ਕਾਸਬ ਲੈ ਕੇ ਜਾਂਦੇ ਸੀ, ਸ਼ਾਇਦ ਕਾਸਬ ਲਫ਼ਜ਼, ਕਾਸਬ ਸ਼ਬਦ ਸੀ, ਕਾਸਬ ਰੁੱਕਾ ਲੈ ਕੇ ਜਾਂਦਾ ਸੀ। ਉਸ ਰੁੱਕੇ ਦੇ ਆਧਾਰ ਤੇ ਪਤਾ ਲੱਗਦਾ ਸੀ ਕਿ ਦੋ ਬਾਦਸ਼ਾਹ ਆਪਸ ਵਿੱਚ ਗੱਲ ਕਰਨਾ ਚਾਹੁੰਦੇ ਨੇ। ਔਰ ਫਿਰ ਮੌਕਾ ਆ ਗਿਆ ਕਿ ਤੁਹਾਡੇ ਕੋਲ ਬੇਸ਼ੁਮਾਰ ਫੌਜਾਂ ਨੇ, ਲੜਨ ਵਾਲੇ ਤੁਹਾਡੇ ਸਾਰੇ ਵੱਖਰੇ ਨੇ। ਪਹਿਲਾਂ ਉਹੀ ਬੀਜਣ ਵਾਲੇ, ਉਹੀ ਵੱਢਣ ਵਾਲੇ ਤੇ ਉਹੀ ਲੜਨ ਵਾਲੇ ਹੋਇਆ ਕਰਦੇ ਸਨ। ਫਿਰ ਤੁਹਾਡੇ ਸਮਾਜ ਦੀ ਜਿਸ ਤਰ੍ਹਾਂ ਵੰਡ ਹੋ ਗਈ ਆ ਕਿਰਤ ਦੇ ਆਧਾਰ ਦੇ ਉੱਤੇ, ਤੁਹਾਡੇ ਕੰਮਾਂ ਦੇ ਆਧਾਰ ਤੇ, ਫਿਰ ਉਹ ਲੋਕ ਆ ਗਏ ਕਿ ਮਰਨ ਵਾਲੇ ਹੋਰ ਹੋ ਗਏ ਤੇ ਪਿੱਛੇ ਸਿਹਰਾ ਲੈਣ ਵਾਲੇ ਹੋਰ ਹੋ ਗਏ। ਲੇਕਿਨ ਫਿਰ ਜੰਗ ਆ ਗਈ ਕਿ ਤੁਸੀਂ ਮਰੋ ਹੀ ਨਾ, ਤੁਸੀਂ ਅੱਗੇ ਜਾਓ ਹੀ ਨਾ। ਇੱਕ ਮੋਲੀਕਿਊਲਰ ਕੈਮਿਸਟਰੀ ਦਾ, ਫਿਜ਼ਿਕਸ ਦਾ ਲਫ਼ਜ਼ ਆਉਂਦਾ, ਮੋਲੀਕਿਊਲਰ, ਜਿਹੜਾ ਮਨੁੱਖੀ ਸਰੀਰ ਦਾ ਸਭ ਤੋਂ ਸੂਖਸ਼ਮ, ਸਭ ਤੋਂ ਬਰੀਕ ਕੋਈ ਹਿੱਸਾ ਆ, ਅਸੀਂ ਵੀ ਨਹੀਂ ਜਾਣਦੇ ਕੀ ਆ, ਅਸੀਂ ਤਾਂ ਮਾਸ ਦਾ ਆਪਣਾ ਪੁਤਲਾ ਜਿਹਾ ਖੜੇ ਆ। ਲੇਕਿਨ ਉਸ ਮੋਲੀਕਿਊਲਰ ਜੰਗ ਨੂੰ, ਉਸ ਨਿਊਕਲੀਅਰ ਜੰਗ ਨੂੰ ਅਸੀਂ ਜੰਗ ਮੰਨ ਲਿਆ, ਜਿਹੜੀ ਅਸੀਂ ਆਪਣੇ ਅੱਖਾਂ ਨਾਲ ਹੀ ਦੇਖੀ। ਹੀਰੋਸ਼ੀਮਾ ਨਾਗਾਸਾਕੀ ਤੇ ਜਿਹੜੇ ਬੰਬ ਡਿੱਗੇ, ਉਹ ਲੋਕਾਂ ਨੇ ਨਹੀਂ ਦੇਖੇ। ਕੀ ਸੀ, ਕਿਹੜੀ ਤਾਕਤ ਸੀ ਜਿਹੜਾ ਖਤਮ ਕਰ ਗਈ। ਅੱਜ ਜਦੋਂ ਉਸ ਜਗ੍ਹਾ ਤੇ ਆ ਗਏ ਹੋ, ਔਰ ਸਾਡੇ ਇਹਨਾਂ ਬਾਬਿਆਂ ਨੇ ਸੱਟ ਮਾਰੀ ਹੈ, ਤੇ ਕਿੱਥੇ ਮਾਰੀ ਆ ਕਿ ਉਸ ਦਿਮਾਗ ਦੇ ਉੱਤੇ, ਜਿਹੜਾ ਦਿਮਾਗ ਕਹਿੰਦਾ ਸੀ ਮੈਂ ਨਹੀਂ ਮੰਨਦਾ। ਸਰਦਾਰ ਸਾਹਿਬ, ਲੰਬੀ ਗੱਲ ਲੈ ਗਏ, ਲੇਕਿਨ ਹੈ ਇਤਿਹਾਸਕ ਹਵਾਲੇ। ਮੈਂ ਇੱਕ ਵਾਰੀ ਫਿਰ ਮੋੜ ਲਿਆਵਾਂ ਬਿਲਕੁਲ ਟੂ ਦਾ ਪੁਆਇੰਟ ਕਿ ਅੱਜ ਦੇਸ਼ ਦੇ ਗ੍ਰਹਿ ਮੰਤਰੀ, ਜਿਨ੍ਹਾਂ ਬਾਰੇ ਇਹ ਸਪਸ਼ਟ ਕਿਹਾ ਜਾਂਦਾ ਕਿ ਉਹ ਬਹੁਤੀ ਵਾਰੀ ਮੰਨਦੇ ਨਹੀਂ, ਜੋ ਉਹਨਾਂ ਦੀਆਂ ਪ੍ਰੈਡਿਕਸ਼ਨਸ ਨੇ, ਜੋ ਉਹਨਾਂ ਦੀਆਂ ਧਾਰਨਾਵਾਂ ਨੇ, ਉਹਦੇ ਉੱਤੇ ਹੀ ਚੱਲਦੇ ਆ।
ਉਹਨਾਂ ਨੇ ਪਹਿਲੀ ਵਾਰੀ ਇਸ ਗੱਲਬਾਤ ਦੇ ਵਿੱਚ ਸਿੱਧੇ ਸ਼ਾਮਲ ਹੋਣ ਲਈ ਸਹਿਮਤੀ ਕਾਹਦੀ ਦਿੱਤੀ, ਸੱਦਾ ਦਿੱਤਾ। ਔਰ ਸਾਡੀਆਂ ਕਿਸਾਨ ਜਥੇਬੰਦੀਆਂ ਦੇ 13 ਆਗੂ ਨੈਸ਼ਨਲ ਲੈਵਲ ਤੇ ਇਹ ਲੋਕ ਆ ਜਿਹੜੇ ਵੱਖ-ਵੱਖ, ਔਰ ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ 31 ਜਥੇਬੰਦੀਆਂ ਉਹਨਾਂ ਦੇ ਵਿੱਚੋਂ ਵੀ ਕੁਝ ਨੁਮਾਇੰਦੇ ਨੇ, ਸਹਿਮਤੀ ਮਿਲ ਗਈ ਆ। ਕਿਸਾਨ ਜਥੇਬੰਦੀਆਂ ਨੇ ਇਹ ਕਹਿਤਾ ਕਿ ਅਸੀਂ ਜਾ ਰਹੇ ਹਾਂ। ਲੇਕਿਨ ਵੱਡਾ ਸਵਾਲ ਇਹ ਹੈ ਕਿ ਕੀ ਇਸ ਮੌਕੇ ਤੇ ਕੋਈ ਫੈਸਲਾ ਹੋਊਗਾ? ਕੀ ਇੰਜ ਲੱਗਦਾ ਹੈ ਕਿ ਕੱਲ ਦੀ ਪ੍ਰਸਤਾਵਿਤ ਮੀਟਿੰਗ ਹੋਣ ਤੋਂ ਪਹਿਲਾਂ ਹੀ ਇਹ ਮਸਲਾ ਹੱਲ ਹੋ ਜਾਊਗਾ? ਕਿ ਗਵਰਨਮੈਂਟ ਇਹ ਮਨ ਬਣਾ ਬੈਠੀ ਹੈ ਕਿ ਅਸੀਂ ਕਾਨੂੰਨ ਵਾਪਸ ਲੈ ਲੈਨੇ ਜਾਂ ਰੱਦ ਕਰ ਦਿੰਦੇ ਹਾਂ? ਇਹ ਵੱਡਾ ਸਵਾਲ ਹੈ। ਜਾਂ ਫਿਰ ਇੱਕ ਵਾਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਹੋਊਗੀ ਕਿ ਅਸੀਂ ਤੁਹਾਡੇ ਲਈ ਸੁਹਿਰਦਾਂ। ਇਹ 3-4 ਵੱਡੇ ਸਵਾਲਾਂ ਨਾਲ 7 ਵਜੇ ਦੀ ਜਿਹੜੀ ਮੀਟਿੰਗ ਹੈ ਉਹਦੇ ਤੇ ਨਜ਼ਰਾਂ ਪੂਰੇ ਦੇਸ਼ ਦੀਆਂ ਟਿਕੀਆਂ ਨੇ, ਕਿਉਂਕਿ ਬੜੇ ਅਰਸੇ ਬਾਅਦ ਇੱਕ ਐਸਾ ਅੰਦੋਲਨ ਆਇਆ ਜਿਹਨੇ ਦੇਸ਼ ਵਿਆਪੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਦਾ ਧਿਆਨ ਖਿੱਚ ਲਿਆ। ਭਾਰਤ ਔਰ ਭਾਰਤ ਦੇ ਮਸਲਿਆਂ ਨਾਲ ਜੁੜਿਆ ਹਰ ਬੰਦਾ ਇੱਧਰ ਨੀਝ ਲਾ ਕੇ ਵੇਖੀ ਜਾਂਦਾ ਕਿ ਆਖਰ ਮੋਦੀ ਗਵਰਨਮੈਂਟ ਜਿਹੜੀ ਅਕਸਰ ਨਾ ਮੰਨਣ ਲਈ ਮੰਨੀ ਜਾਂਦੀ ਹੈ, ਫੈਸਲੇ ਕਰਕੇ ਗਾਂਹ ਤੁਰਦੀ ਰਹਿੰਦੀ ਹੈ, ਉਹ ਇਸ ਮਾਮਲੇ ਨੂੰ ਕਿਵੇਂ ਲੈਂਦੇ ਆ? ਥੋੜੀ ਦੇਰ ਬਾਅਦ ਇਹ ਮੀਟਿੰਗ ਹੋਣ ਵਾਲੀ ਆ। ਉਸ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਹੋਣਗੇ, ਲੇਕਿਨ ਸਾਡੀ ਕਿਉਂਕਿ ਇਸ ਮਾਮਲੇ 'ਚ ਹੈਸੀਅਤ ਨਹੀਂ। ਜਿਹੜੇ ਲੋਕ ਇਹ ਜੰਗ ਲੜ ਰਹੇ ਆ, ਜਿਹੜੇ ਮੈਦਾਨ ਤੇ ਨੇ, ਗਰਾਊਂਡ ਜ਼ੀਰੋ ਤੇ ਨੇ, ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਇਹਨਾਂ ਤੇ ਗੱਲ ਕਰ ਸਕਣ। ਅਸੀਂ ਤੇ ਗੱਲ ਕਰਨ ਦਾ ਵੀ ਹੱਕ ਨਹੀਂ ਰੱਖਦੇ, ਲੇਕਿਨ ਫਿਰ ਵੀ ਇਤਿਹਾਸ ਇਹ ਕਹਿੰਦਾ ਹੈ ਕਿ ਤੁਸੀਂ ਜਦੋਂ ਜਿਸ ਤਰ੍ਹਾਂ ਦੇ ਹਥਿਆਰ ਦੀ ਲੋੜ ਹੋਵੇ ਉਹ ਹਥਿਆਰ ਵਰਤੋ। ਜਿੱਥੇ ਕਲਮ ਦੀ ਲੋੜ ਆ, ਜਿੱਥੇ ਜ਼ੁਬਾਨ ਦੀ ਲੋੜ ਆ, ਜਿੱਥੇ ਨਾਅਰੇ ਦੀ ਲੋੜ ਆ, ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਸਮੇਂ ਤੇ ਕੰਮ ਕਰਦੀਆਂ। ਸੋ ਇੰਜ ਲੱਗਦਾ ਹੈ ਕਿ ਇਸ ਗੱਲਬਾਤ ਦੇ ਵਿੱਚੋਂ ਕੁਝ ਪੋਜ਼ਿਟਿਵਿਟੀ ਨਿਕਲੂਗੀ, ਲੇਕਿਨ ਫਿਰ ਵੀ ਇੱਕ ਬੇਨਤੀ ਗੁਜ਼ਾਰਿਸ਼ ਹੈ, ਇਹਨੂੰ ਨੈਗੇਟਿਵਿਟੀ ਨਾ ਲਿਓ ਕਿ ਕਿਸੇ ਵੀ ਅੰਦੋਲਨ ਦਾ ਸਿਖਰ ਟੇਬਲ ਤੇ ਹੁੰਦਾ ਹੈ, ਔਰ ਜਿਹੜਾ ਸਿਖਰ ਹੈ ਉਹੀ ਇਤਿਹਾਸ ਦੇ ਪਾਤਰਾਂ ਨੂੰ ਨਾਮ ਦਿੰਦਾ ਹੈ। ਜੀ ਤੁਹਾਨੂੰ ਯਾਦ ਹੋਵੇਗਾ ਕਿ ਮਾਰਗਰਟ ਥੈਚਰ ਬ੍ਰਿਟਿਸ਼ ਦੀ ਪ੍ਰਧਾਨ ਮੰਤਰੀ ਜੀ, ਜੋ ਕੁਝ ਜਿੱਦਾਂ ਉਹ ਸਖਤੀ ਨਾਲ ਫੈਸਲੇ ਲਏ, ਲੋਕਾਂ ਨੇ ਕਿਹਾ ਆਇਰਨ ਲੇਡੀ ਉਹ ਬ੍ਰਿਟੇਨ। ਇੰਦਰਾ ਗਾਂਧੀ ਦੀ ਵਾਰੀ ਆਈ, ਬਹੁਤ ਸਖਤ ਫੈਸਲੇ ਲੈ ਰਹੇ, ਦੁਰਗਾ ਦਾ ਖਿਤਾਬ ਦੇ ਦਿੱਤਾ ਲੋਕਾਂ ਨੇ। ਲੇਕਿਨ ਹੋਇਆ ਕੀ? ਜਿਨ੍ਹਾਂ ਲੋਕਾਂ ਦੇ ਲਈ ਇਹ ਸਾਰੇ ਖਿਤਾਬ ਲਏ ਸੀ ਉਹ ਅੱਜ ਸਾਰੇ ਲੋਕ ਥੱਲੇ, ਜਿਹਨੂੰ ਕਹਿੰਦੇ ਨੇ ਥੱਲੇ ਧਰਾਤਲ 'ਚ ਚਲੇ ਗਏ। ਅੱਜ ਫਿਰ ਮੌਕਾ ਆਇਆ ਕਿ ਅੱਜ ਤੁਸੀਂ ਜੋ ਕੁਝ ਵੀ ਕੀਤਾ, ਖਾਸ ਕਰਕੇ ਮੋਦੀ ਸਰਕਾਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਉਹਨਾਂ ਨੇ ਜਵਾਹਰ ਲਾਲ ਨਹਿਰੂ ਦੇ ਫੈਸਲਿਆਂ ਨੂੰ ਗਲਤ ਕਰਾਰ ਦਿੱਤਾ। ਭਾਵੇਂ ਜੂਨ 84 ਦੇ ਫੌਜੀ ਹਮਲੇ ਦੌਰਾਨ ਭਾਜਪਾ ਨੇ ਦੇ ਇਹ ਦਸਤਾਵੇਜ਼ ਸਾਹਮਣੇ ਆਏ ਕਿ ਹਾਂ ਅਸੀਂ ਇੰਦਰਾ ਨੂੰ ਮਜਬੂਰ ਕੀਤਾ ਕਿ ਤੁਸੀਂ ਹਮਲਾ ਕਰੋ, ਫੌਜ ਦਰਬਾਰ ਸਾਹਿਬ ਭੇਜੋ, ਲੇਕਿਨ ਭਾਜਪਾ ਕਦੇ ਵੀ ਇਸ ਨੂੰ ਕਦੇ ਖੁੱਲ੍ਹੇਆਮ ਮੰਨਦੀ ਨਹੀਂ ਹੈ ਜੀ। ਹੁਣ ਜਦੋਂ ਇੱਕ ਪਾਸੇ ਕਿਹਾ ਜਾ ਰਿਹਾ ਅਸੀਂ ਵਿਕਾਸ ਪੁਰਸ਼ ਹਾਂ, ਅਸੀਂ ਵਿਕਾਸ 'ਤੇ ਵਿਸ਼ਵਾਸ ਕਰਦੇ ਹਾਂ, ਤੇ ਫਿਰ ਜਦੋਂ ਵਿਕਾਸ ਹੁੰਦੇ ਨੇ ਤੇ ਫਿਰ ਮਾਨਯੋਗ ਅਦਾਲਤਾਂ ਵੀ ਪੁੱਛ ਲੈਂਦੀਆਂ ਨੇ ਕਿ ਆਖਰ ਜੇ ਤੁਸੀਂ ਇਹ ਸੜਕ ਬਣਾਉਣ ਲਈ ਤੁਹਾਨੂੰ 4 ਲੱਖ ਰੁੱਖ ਵੱਢਣਾ ਪੈ ਰਿਹਾ ਤੇ ਤੁਹਾਡੀ ਕੀ ਮਜਬੂਰੀ ਆ? ਜੇ ਤੁਹਾਡੀ ਸੜਕ ਟੇਢੀ ਹੋ ਕੇ ਥੋੜੀ ਜੀ, ਜੇ 2 ਲੱਖ 2.5 ਲੱਖ ਰੁੱਖ ਬਚਦਾ ਤੇ ਬਚਾ ਲਓ। ਹੁਣ ਸਵਾਲ ਇਹ ਆ ਕਿ ਤੁਸੀਂ ਆਪਣੇ ਨਾਂ ਦੇ ਅੱਗੇ ਕਿਹੜਾ ਲਕਬ ਜਿਹੜਾ ਆ ਉਹ ਕਾਇਮ ਰੱਖ ਸਕੋਗੇ? ਇਹ ਇਤਿਹਾਸ ਫੈਸਲੇ ਕਰਦਾ ਹੈ, ਲੇਕਿਨ ਅਸੀਂ ਵਰਤਮਾਨ 'ਚ ਜੀਣਾ ਹੈ। ਸਾਨੂੰ ਕਿਸੇ ਮਜਬੂਰੀ ਦੇ ਵਿੱਚ ਆਪਣੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਆਪਣੀ ਹੋਂਦ ਦੀ ਅੱਡਰੀ ਪਛਾਣ ਦੀ ਲੜਾਈ ਪੰਜਾਬ ਜਿੱਤ ਚੁੱਕਿਆ। ਇਸ ਅੰਦੋਲਨ ਨੇ ਜਿੰਨਾ ਕੁਝ ਦੇਣਾ ਸੀ ਦਿੱਤਾ ਹੈ। ਹੁਣ ਇਹਦੇ ਪੁੱਤ ਸੁੱਖੀ ਸਾਂਦੀ ਘਰਾਂ ਨੂੰ ਮੁੜਨ, ਇਹ ਹਰੇਕ ਘਰ 'ਚੋਂ ਅਰਦਾਸ ਹੋ ਰਹੀ ਹੈ। ਹਰੇਕ ਗੁਰੂ ਘਰ ਧਾਰਮਿਕ ਸਥਾਨ ਤੋਂ ਇਹੀ ਬਹੁਤ ਗਿਣਤੀ ਲੋਕ ਸੋਚਦੇ ਆ ਕਿ ਗਏ ਮੁੜ ਆਉਣ। ਲੇਕਿਨ ਇੱਕ ਬਹੁਤ ਵੱਡਾ ਸਵਾਲ ਰਹੂਗਾ ਕਿ ਕੀ ਇਸ ਵਾਰੀ ਵੀ ਅਸੀਂ ਆਪਣੇ ਇਤਿਹਾਸ ਦੇ ਬਹੁਤੇ ਵਰਕਿਆਂ ਵਾਂਗ ਉਲਝ ਜਾਵਾਂਗੇ ਜਾਂ ਅਸੀਂ ਕੋਈ ਪ੍ਰਾਪਤੀ ਨਾਲ ਮੁੜਨ ਵਾਲੇ ਪਾਸੇ ਵੀ ਬਣਾਂਗੇ। ਹਾਲਾਂਕਿ ਜਿੰਨਾ ਕੁਝ ਅਸੀਂ ਸਿਰਜਣਾ ਸੀ ਸਿਰਜ ਦਿੱਤਾ ਹੈ। ਹੁਣ ਅਸੀਂ ਉਸ ਸੈਚੂਰੇਸ਼ਨ ਪੁਆਇੰਟ ਤੇ ਆ ਜਿੱਥੋਂ ਜਾ ਕੇ ਕੋਈ ਵੀ ਅੰਦੋਲਨ ਆਪਣੀ ਆਭਾ ਲਈ ਪ੍ਰਚੰਡ ਰੂਪ 'ਚ ਨਜ਼ਰ ਆਉਂਦਾ ਹੈ। ਇੱਥੇ ਜਾ ਕੇ ਸਾਨੂੰ ਚੜ੍ਹਦੀ ਕਲਾ ਦੇ ਸੰਕਲਪ ਦੇ ਨਾਲ ਜੋ ਵੀ ਬਿਹਤਰ ਤੋਂ ਬਿਹਤਰ ਡਿਸੀਜਨ ਲੈਣ ਵੱਲ ਵਧਣਾ ਚਾਹੀਦਾ। ਜਿੱਦ, ਹੱਠ
ਇਹ ਦੇਖ ਕੇ ਕਿ ਸਾਡੇ ਮਗਰ ਕਿੰਨੇ ਹਜ਼ਾਰ ਲੋਕ ਆ, ਜਿੱਦ ਹੱਠ ਨਹੀਂ ਕਰਨਾ ਚਾਹੀਦਾ। ਸਿਆਣੀ ਲੀਡਰਸ਼ਿਪ ਹੁੰਦੀ ਆ ਕਿ ਆਪਣੇ ਲਈ ਸਭ ਤੋਂ ਬਿਹਤਰ ਫੈਸਲਾ ਕਰਾ ਕੇ ਪੈਰ ਪਿੱਛੇ ਧਰਨਾ ਵੀ ਜਾਣਦੀ ਹੋਵੇ, ਜਿੱਤ ਦੇ ਪਰਚਮ ਨਾਲ ਜਿਹੜਾ ਜਿੱਤ ਦਾ ਸਥਾਨ ਹੁੰਦਾ ਉਹਦੇ ਉੱਤੇ ਖੜੇ ਹੋਣਾ ਵੀ ਜਾਣਦੀ ਹੋਵੇ, ਆਖਰੀ ਨਾਰਾ ਜਿਹੜਾ ਉਹ ਤੁਹਾਡੀ ਜਿੱਤ ਦਾ ਵੀ ਲੱਗੇ। ਇਹ ਨਾ ਹੋਵੇ ਕਿ ਅਸੀਂ ਲਹੂ ਡੋਲਵੀਆਂ ਕਹਾਣੀਆਂ ਵਾਂਗ ਇੱਕ ਹੋਰ ਕਹਾਣੀ ਦੇ ਪ੍ਰਸੰਗ ਨੂੰ ਸਾਡੀ ਅਗਲੀਆਂ ਪੀੜ੍ਹੀਆਂ ਸੁਣਾਉਂਦੀਆਂ ਫਿਰਨ। ਸੋ ਦੇਖਦੇ ਹਾਂ 7 ਵਜੇ ਦੀ ਮੀਟਿੰਗ ਤੋਂ ਬਾਅਦ ਹਾਲਾਤ ਕੀ ਬਣਦੇ ਆ। ਕੱਲ ਵਾਲੀ ਮੀਟਿੰਗ ਜਿਹੜੀ ਪ੍ਰਸਤਾਵਿਤ ਮੀਟਿੰਗ ਹੈ ਉਹਦੇ ਲਈ ਕੋਈ ਸੰਭਾਵਨਾ ਬਚਦੀ ਵੀ ਹੈ ਕਿ ਨਹੀਂ ਬਚਦੀ। ਜੇ ਅੱਜ ਗੱਲ ਟੁੱਟਦੀ ਹੈ ਤੇ ਕੱਲ ਦੁਬਾਰਾ ਗੱਲਬਾਤ ਦੀ ਸੰਭਾਵਨਾ ਬਹੁਤ ਮੱਧਮ ਹੁੰਦੀ ਹੈ ਜਾਂ ਇੱਕ ਨਿਰਾਸ਼ਾ ਦੇ ਦੌਰ 'ਚ ਦਾਖਲ ਹੋ ਜਾਂਦੀ ਹੈ। ਜੇਕਰ ਅੱਜ ਦੀ ਕੋਈ ਪ੍ਰਾਪਤੀ ਹੁੰਦੀ ਹੈ ਤੇ ਕੱਲ ਟੇਬਲ ਦੇ ਉੱਤੇ ਜਾ ਕੇ ਤੈਅ ਕਰਨੀਆਂ ਹੁੰਦੀਆਂ ਸ਼ਰਤਾਂ, ਫਿਰ ਅਲੱਗ ਗੱਲ ਆ, ਫਿਰ ਇੱਕ ਅਲੱਗ ਖੁਸ਼ੀ ਹੁੰਦੀ, ਫਿਰ ਇੱਕ ਜੇਤੂ ਅੰਦਾਜ਼ ਹੁੰਦਾ ਹੈ। ਇੱਕ ਅੰਦੋਲਨ 2-4 ਦਿਨ ਲੰਬਾ ਵੀ ਜਾ ਸਕਦਾ ਹੈ, ਭਾਵੇਂ ਗਵਰਨਮੈਂਟ ਮੰਨ ਵੀ ਜਾਵੇ, ਕਿਉਂਕਿ ਇਸ ਅੰਦੋਲਨ ਨੇ ਲਿਖਤੀ ਕਰਾਏ ਬਿਨਾ ਨਹੀਂ ਮੁੜਨਾ। ਇਹ ਸਭ ਨੂੰ ਪਤਾ ਹੈ ਕਿ ਯਕੀਨ ਹੁਣ ਬਹੁਤ ਘਟ ਗਏ। ਕਿਉਂਕਿ ਸਰਕਾਰਾਂ ਲਿਖਤੀ ਭਰੋਸਾ ਦੇਣ ਤੋਂ ਹਮੇਸ਼ਾ ਹੀ ਭੱਜਦੀਆਂ ਨੇ। ਸੋ ਇਹ ਇੱਕ ਵੱਡਾ ਫੈਸਲਾ ਹੋਣ ਵਾਲਾ ਹੈ ਜਿਹੜਾ ਅਸੀਂ ਤੁਹਾਡੇ ਰੂਬਰੂ ਪ੍ਰਸਤੁਤ ਕੀਤਾ। ਨਿੱਕੀਆਂ ਨਿੱਕੀਆਂ ਘਟਨਾਵਾਂ ਬਹੁਤ ਆ, ਇੱਕ ਨਵੇਂ ਸੈਗਮੈਂਟ 'ਚ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ ਕਿ ਕਿੱਥੇ ਕਿੱਥੇ ਸਾਡੇ ਲੀਡਰਸ਼ਿਪ ਨੂੰ ਵੀ ਚੰਡੀਗੜ੍ਹ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਆਪਣੀ ਰਵਾਇਤੀ ਜਿਹੜੇ ਉਹਨਾਂ ਨੇ ਪ੍ਰੋਗਰਾਮ ਉਲੀਕੇ ਸੀ, ਜਿਹੜੇ ਬੜੇ ਜ਼ਰੂਰੀ ਸੀ, 100 ਸਾਲ ਬਾਅਦ ਆਇਆ ਸਮਾਂ, ਉਹਨੂੰ ਕਿਉਂ ਸੰਕੋਚ ਰਹੇ ਆ। ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਉੱਤੇ ਪ੍ਰਧਾਨ ਮੰਤਰੀ ਵਧਾਈ ਦੇਣ ਦੇ ਉਹਨਾਂ ਦੇ ਕੀ ਅਰਥ ਆ। ਕਈ ਵੱਡੀਆਂ ਗੱਲਾਂ ਬਾਅਦ 'ਚ ਕਰਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।